ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ। ਧਨਾਸਰੀ ਰਾਗ ਹੈ। ਮਹੱਲਾ ਪਹਿਲਾ ਵੀ ਇਹ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੈ। ਘਰ ਪਹਿਲਾ ਇਹ ਰਾਗੀ ਸਿੰਘਾਂ ਨੂੰ ਹਦਾਇਤ ਹੈ। ਭਾਈ ਜਦੋਂ ਤੁਸੀਂ ਇਸ ਸ਼ਬਦ ਦਾ ਕਿਤੇ ਕੀਰਤਨ ਕਰਨਾ ਹੈ ਨਾ, ਇਹਨੂੰ ਪਹਿਲੇ ਘਰ ਦੇ ਅੰਦਰ ਇਹਦਾ ਗਾਇਨ ਕਰਿਓ। ਚੌਪਦੇ, ਚਾਰ ਪਦਿਆਂ ਦਾ ਸ਼ਬਦ ਹੈ ਔਰ ਇਸ ਸ਼ਬਦ 'ਚ ਦੋ ਰਹਾਉ ਆਉਂਦੀਆਂ ਜੀ। ਇੱਕ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਵਿਤਾਰ ਪੰਕਤੀ, ਤੇ ਇੱਕ ਅਖੀਰਲੀ ਪੰਕਤੀ ਤੇ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ। ਰਹਾਉ ਵਾਲੀ ਪੰਕਤੀ ਦੇ ਦੁਆਲੇ ਸਾਰਾ ਸ਼ਬਦ ਘੁੰਮਦਾ ਹੈ। ਉਹ ਮੇਨ ਜਿਵੇਂ ਰਾਗੀ ਸਿੰਘਾਂ ਨੂੰ ਹਦਾਇਤ ਹੈ ਵੀ ਕਿਸੇ ਸ਼ਬਦ ਦਾ ਵੀ ਉਹਨਾਂ ਨੇ ਗਾਇਨ ਕਰਨਾ ਹੈ, ਰਹਾਉ ਵਾਲੀ ਪੰਕਤੀ ਨੂੰ ਸਥਾਈ ਰੂਪ 'ਚ ਵਰਤਣ। ਫਿਰ ਅੰਤਰੇ ਨਾਲ ਪੜ੍ਹੇ ਜਾਣ ਤੇ ਉਹਦੇ ਅਰਥ ਵੀ ਸਪਸ਼ਟ ਹੁੰਦੇ ਆ। ਵੈਸੇ ਤੇ ਕੱਲ੍ਹ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਪੰਥ ਇਕੱਠਾ ਹੋਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਰਾਗੀ ਸਿੰਘਾਂ ਦੇ ਨਾਂ ਸੰਦੇਸ਼ ਵੀ ਤੰਤੀ ਸਾਦਾ 'ਚ ਕੀਰਤਨ ਜਿਹੜਾ ਹਰਿਮੰਦਰ ਸਾਹਿਬ ਹੋਣਾ ਚਾਹੀਦਾ। 2-3 ਸਾਲ ਤੱਕ ਹਾਰਮੋਨੀਅਮ ਜਿਹੜਾ ਹੈ ਉਹ ਪ੍ਰਕਾਸ਼ ਨਹੀਂ ਹੋਏਗਾ ਹਰਿਮੰਦਰ ਸਾਹਿਬ ਦੇ ਅੰਦਰ। ਤੰਤੀ ਸਾਦਾ 'ਤੇ ਜਿਹੜਾ ਉਹ ਕੀਰਤਨ ਕੀਤਾ ਜਾਏ। ਮਹਾਰਾਜ ਨੇ ਰਾਗਾਂ 'ਚ ਬਾਣੀ ਦਾ ਉਚਾਰਨ ਕੀਤਾ ਹੈ। ਰਾਗ ਹੋਵੇ, ਰਾਗ ਗਾਉਣ ਦਾ ਉਹ ਸਮਾਂ ਹੋਵੇ, ਰਾਗ ਦੀ ਗਾਉਣ ਵਾਲੇ ਨੂੰ ਸੂਝ ਹੋਵੇ, ਉਸੇ ਰਾਗ ਦਾ ਹੀ ਸ਼ਬਦ ਹੋਵੇ। ਤੇ ਫਿਰ ਤੁਸੀਂ ਮੱਥਾ ਟੇਕਣ ਆਏ ਹੋ ਤੇ ਉੱਠ ਕੇ ਕਿਵੇਂ ਚਲੇ ਜਾਓ। ਇੰਨਾ ਰਸ ਬਣਦਾ ਕੀਰਤਨ 'ਚੋਂ ਜਦੋਂ ਗਾਉਣ ਵਾਲਾ ਸੋਝੀ ਰੱਖਦਾ ਹੋਵੇ, ਤੇ ਫਿਰ ਉੱਥੇ ਉਹ ਆਤਮਕ ਆਨੰਦ ਆਤਮਾ ਪ੍ਰਾਪਤ ਕਰਦੀ। ਫਿਰ ਤੇ ਹੱਦ ਕੀਰਤਨ ਸੁਣੈ, ਹੱਦ ਕੀਰਤਨ ਗਾਵੇ, ਤਿਸ ਜਨ ਦੁਖ ਨਿਕਟ ਨਹੀਂ ਆਵੇ। ਫਿਰ ਤੇ ਕਰਨ ਵਾਲੇ ਦੇ ਵੀ ਕੀਰਤਨ ਤੇ ਸੁਣਨ ਵਾਲੇ ਦੇ ਅੰਦਰੋਂ ਵੀ ਦੁੱਖਾਂ ਦੇ ਡੇਰੇ ਚੁੱਕੇ ਜਾਂਦੇ ਆ। ਚਾਰ ਪਦਿਆਂ ਦਾ ਸ਼ਬਦ ਹੈ। ਮੂਲ ਮੰਤਰ ਇਹਦੇ 'ਚ ਪੂਰਾ ਹੈ ਜੀ। ਰੱਬ 'ਚ 33 ਵਾਰੀ ਪੂਰਾ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਇਆ। ਮਹਾਰਾਜ ਕਹਿੰਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਾਰੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ ਆ। ਊੜੇ ਦੇ ਉੱਪਰ ਉਹ ਜਿਹੜੇ ਲਕੀਰ ਉਹਦੇ ਵਿੱਚ ਹੀ ਆ ਸਾਰਾ ਕੁਝ। ਸਤਨਾਮ ਉਹਦਾ ਨਾਮ ਸੱਚਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਜਪ ਮਨ ਸਤਨਾਮ, ਸਦਾ ਸਤਨਾਮ ਹਲਤ ਪਲਤ ਮੁਖ ਉਜੜ ਹੋਈ ਹੈ। ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਜਾਂ ਸਤਨਾਮ ਪੜ ਮੰਤਰ ਸੁਣਾਇਆ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸ਼ਬਦਾਂ ਦੇ ਅੰਦਰ ਜ਼ਿਕਰ ਕੀਤਾ। ਉਹਦਾ ਨਾਮ ਸੱਚ ਹੈ, ਬਾਕੀ ਤੇ ਨਾਮ ਝੂਠੇ ਹੈ। ਸਾਡਾ ਨਾਮ ਸੱਚਾ ਥੋੜ੍ਹੀ ਹੈ, ਸਾਡੇ ਤੇ ਨਾਮ ਬਦਲਦੇ ਰਹਿੰਦੇ ਹੈ। ਹੁਣ ਗੁਰਦੁਆਰੇ ਬੈਠੇ ਹੋ, ਤੁਹਾਡਾ ਨਾਂ ਕਿਸੇ ਨਹੀਂ ਲੈਣਾ, ਹੁਣ ਤੁਹਾਨੂੰ ਸੰਗਤ ਜੀ ਕਹਿਣਾ ਹੈ। ਤੁਹਾਡਾ ਨਾਮ ਬਦਲਿਆ ਗਿਆ ਨਾ। ਤੁਸੀਂ ਭਾਵੇਂ ਗੁਰਮੁਖ ਸਿਓ ਹੋ, ਤੁਸੀਂ ਭਾਵੇਂ ਬਲਵਿੰਦਰ ਸਿਓ ਹੋ, ਤੁਸੀਂ ਭਾਵੇਂ ਬਲੌਰ ਸਿਓ ਹੋ, ਇੱਥੇ ਤੁਹਾਡਾ ਨਾਂ ਨਹੀਂ ਕਿਸੇ ਲੈਣਾ। ਸੰਗਤ ਜੀ ਇਸ ਪਾਸੇ ਨੂੰ, ਤੁਹਾਡਾ ਨਾਮ ਬਦਲਿਆ ਗਿਆ। ਤੁਸੀਂ ਹੌਸਪੀਟਲ 'ਚ ਜਾਂਦੇ ਹੋ, ਤੁਹਾਨੂੰ ਸਿਰਫ ਮਰੀਜ਼ ਕਰਕੇ ਵੇਖਿਆ ਜਾਣਾ। ਤੁਸੀਂ ਬੱਸ 'ਚ ਬੈਠਦੇ ਹੋ, ਸਿਰਫ ਸਵਾਰੀ ਹੋ। ਤੁਸੀਂ ਟ੍ਰੇਨ 'ਚ ਬੈਠਦੇ ਹੋ, ਸਿਰਫ ਸਵਾਰੀ ਹੋ। ਸਾਡਾ ਨਾਮ ਬਦਲਿਆ ਜਾਂਦਾ। ਰੱਬ ਦਾ ਇੱਕ ਸੱਚਾ ਨਾਮ ਹੈ, ਉਹ ਧੁਰ ਤੋਂ ਹੀ ਜੋ ਸੀ ਉਹ ਰਹੇਗਾ। ਉਹਦਾ ਨਾਮ ਸੱਚ ਹੈ। ਹੋਰ ਇੱਕ ਚੀਜ਼ ਦਾ ਨਾਮ ਬਦਲਿਆ ਜਾਂਦਾ ਹੈ। ਹੋਰ ਹਰ ਇੱਕ ਚੀਜ਼ ਦਾ ਉਹ ਬੰਦੇ ਕੋਲ ਅਥਾਰਟੀ ਹੈ। ਉਹ ਬਦਲੇ ਤਾਂ ਆਪਣਾ ਨਾਮ ਭਾਵੇਂ ਬਦਲੋ, ਸਵੇਰੇ ਅਖਬਾਰ 'ਚ ਕਢਾ ਕੇ ਜੋ ਮਰਜ਼ੀ ਆਪਣਾ ਨਾਮ ਬਦਲੋ। ਹਾਂ, ਇੱਕ ਵਾਰੀ ਸਾਡਾ ਨਾਮ ਉਦੋਂ ਬਦਲਿਆ ਜਾਂਦਾ ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ। ਜੇ ਤੇ ਕੋਈ ਕੁਮਾਰ ਹੈ ਜਾਂ ਫਲਾਣਾ ਪਿੱਛੇ ਲੱਗਦਾ, ਕੋਈ ਜਾਤ ਲਾਉਂਦਾ, ਜਦੋਂ ਅੰਮ੍ਰਿਤ ਛਕ ਲੈਂਦਾ ਫਿਰ ਸਾਰਾ ਕੁਝ ਕੱਟ ਕੇ ਸਿੰਘ ਸ਼ਬਦ ਨਾਲ ਲਾ ਦਿੱਤਾ ਜਾਂਦਾ। ਬਹੁਤੇ ਪੰਜ ਪਿਆਰੇ ਸੇਵਾ ਨਾਮ ਪੁੱਛਦੇ ਹੈ। ਜੇ ਕੋਈ ਕੁਮਾਰ ਜਾਂ ਕੌਰ ਨੇ ਕੋਈ ਬੀਬੀ ਲੜਕੀ ਨਾਮ ਲਾਉਂਦੀ, ਫਿਰ ਉਹ ਕਹਿੰਦੇ ਜ਼ਰੂਰੀ ਹੈ ਜੀ ਕੌਰ ਤੇ ਸਿੰਘ, ਔਰ ਨਾਮ ਉੱਥੇ ਬਦਲ ਦਿੱਤਾ ਜਾਂਦਾ ਹੈ। ਤੁਹਾਡਾ ਨਾਮ ਅੱਜ ਤੋਂ ਇਹ ਦਇਆ ਰਾਪ ਨਹੀਂ, ਦਇਆ ਸਿੰਘ ਬਣ ਗਏ। ਤੁਸੀਂ ਧਰਮ ਚੰਦ ਨਹੀਂ, ਤੁਸੀਂ ਧਰਮ ਸਿੰਘ ਬਣ ਗਏ ਹੋ। ਤੁਸੀਂ ਮੋਹਕਮ ਚੰਦ ਨਹੀਂ, ਤੁਸੀਂ ਮੋਹਕਮ ਸਿੰਘ ਬਣ ਗਏ ਹੋ। ਸਾਡੇ ਨਾਮ ਬਦਲੇ ਜਾਂਦੇ। ਉਹਦਾ ਨਾਮ ਸੱਚਾ ਹੈ, ਉਹ ਨਾਂ ਕਦੇ ਬਦਲਿਆ ਨਹੀਂ ਜਾਂਦਾ। ਉਹ ਜੁਗਾਂ ਤੱਕ ਇੱਕ ਨਾਮ ਨਹੀਂ ਹੈ। ਉਹ ਰੱਬ ਇੱਕ ਹੈ, ਨਾਮ ਇੱਕ ਹੈ। ਹਾਂ, ਲੋਕ ਲੈਂਦੇ ਨੇ ਕਾ ਤਰੀਕੇ ਨਾਲ ਹੈ ਉਹ ਇੱਕ ਹੀ ਹੈ। ਯਾਦ ਜਿਹੜੇ
ਹੁਣ ਮੰਨ ਲਓ ਵੀ ਬੰਦੇ ਦੇ ਕਈ ਵਾਰੀ ਮਨੁੱਖ ਦੇ 3-4 ਨਾਮ ਹੁੰਦੇ ਆ। ਕੋਈ ਮਾਂ ਹੋਰ ਨਾਂ ਨਾਲ ਆਪਣੇ ਪੁੱਤਰ ਨੂੰ ਯਾਦ ਕਰਦੀ ਹੈ, ਮੈਨੂੰ ਮਾਂ ਨੇ ਸੱਦਣਾ ਹੋਰ ਤਰੀਕੇ ਨਾਲ, ਹੋਰ ਕੋਈ ਸੱਦੇਗਾ ਉਹਨੇ ਹੋਰ ਤਰੀਕੇ ਨਾਲ, ਰਿਸ਼ਤੇਦਾਰ ਕੋਈ ਸੱਦੇਗਾ ਹੋਰ ਤਰੀਕੇ ਨਾਲ ਬੋਲਦਾ ਹੈ। ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਦਾ ਨਾਮ ਸੱਚ ਹੈ। ਸਤਿਨਾਮ ਕਰਤਾ, ਉਹ ਕਰਤਾ ਹੈ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਸਾਰਾ ਕੁਝ ਉਹਨੇ ਪੈਦਾ ਕੀਤਾ ਹੈ ਜੀ। ਸਾਰੇ ਕੁਝ ਦਾ ਕਰਤਾ ਪ੍ਰਮਾਤਮਾ ਹੀ ਹੈ। ਜੋ ਅਸੀਂ ਵੇਖਦੇ ਪ੍ਰਮਾਤਮਾ ਨੇ ਪੈਦਾ ਕੀਤਾ। ਪੁਰਖ, ਪੁਰਖ ਦਾ ਅਰਥ ਹੁੰਦਾ ਉਹ ਸਾਰਿਆਂ 'ਚ ਰਮਿਆ ਹੋਇਆ ਹੈ। ਤੁਹਾਡੇ 'ਚ ਵੀ ਹੈ, ਮੇਰੇ 'ਚ ਵੀ, ਕਣ ਕਣ 'ਚ ਵਸਿਆ ਹੋਇਆ ਹੈ। ਪੁਰਖ ਦਾ ਅਰਥ ਇਹ ਹੈ ਉਹ ਰਮਿਆ। ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮਹਿ ਚਾਨਣ ਹੋਏ। ਉਹ ਪ੍ਰਮਾਤਮਾ ਸਾਰਿਆਂ ਦੇ ਅੰਦਰ ਹੈ। ਉਹ ਨਿਰਭਉ, ਉਹ ਨਿਰਭਉ ਨੂੰ ਕਿਸੇ ਦਾ ਕੋਈ ਭੈ ਨਹੀਂ ਹੈ, ਕਿਸੇ ਦਾ ਕੋਈ ਡਰ ਨਹੀਂ ਹੈ। ਕਿਉਂ ਨਿਰਭਉ ਹੈ ਉਹ? ਕਿਉਂਕਿ ਉਹਦੇ ਤੋਂ ਵੱਡਾ ਕੋਈ ਹੈ। ਅਸੀਂ ਭਉ 'ਚ ਆ, ਕਿਤੇ ਨੌਕਰੀ ਕਰਦੇ ਆ, ਮਾਂ ਪਿਓ ਦਾ ਵੀ ਡਰ ਹੈ ਬੱਚਿਆਂ ਨੂੰ, ਕੋਈ ਨਾ ਕੋਈ ਕਿਸੇ ਨਾ ਕਿਸੇ ਚੀਜ਼ ਦਾ ਮਨੁੱਖ ਨੂੰ ਡਰ ਹੈ। ਪ੍ਰਮਾਤਮਾ ਨਿਰਭਉ ਹੈ, ਉਹਨੂੰ ਕਿਸੇ ਦਾ ਕੋਈ ਡਰ ਨਹੀਂ। ਕਿਉਂ ਡਰ ਨਹੀਂ ਹੈ? ਉਹਦਾ ਮਾਂ ਪਿਓ ਨਹੀਂ ਹੈ। ਕਿਉਂ ਡਰ ਨਹੀਂ ਹੈ? ਉਹਦੇ ਤੇ ਕੋਈ ਉੱਚਾ ਨਹੀਂ ਹੈ, ਉਹਦੇ ਤੋਂ ਵੱਡਾ ਨਹੀਂ ਹੈ, ਕੋਈ ਹਾਰ ਸਮਾਨ ਨਹੀਂ ਰਾਜਾ, ਇਸ ਕਰਕੇ ਕੋਈ ਡਰਦਾ ਵੀ ਕਿਸੇ ਤੋਂ ਨਹੀਂ। ਤੁਸੀਂ ਉਹਦੇ ਤੋਂ ਡਰੋਗੇ ਜਿਹੜਾ ਤੁਹਾਡੇ ਤੋਂ ਵੱਧ ਤਾਕਤਵਰ ਹੈ, ਤੁਹਾਡੇ ਤੋਂ ਵੱਡਾ ਅਫਸਰ ਹੈ, ਤੁਹਾਡੇ ਵੱਡੇ ਨੇ ਮਾਂ ਪਿਓ। ਤੇ ਜੇ ਤੁਹਾਡੇ ਤੋਂ ਵੱਡਾ ਹੀ ਕੋਈ ਨਾ ਹੋਏ ਤੁਸੀਂ ਡਰੋਗੇ ਕਿਉਂ? ਰੱਬ ਇਸ ਕਰਕੇ ਨਹੀਂ ਡਰਦਾ, ਉਹਦੇ ਤੋਂ ਵੱਡਾ ਹੈ ਹੀ ਕੋਈ ਨਹੀਂ ਹੈ। ਨਿਰਵੈਰ, ਉਹ ਨਿਰਵੈਰ ਵੀ, ਉਹਦਾ ਕਿਸੇ ਨਾਲ ਵੈਰ ਵੀ ਕੋਈ ਨਹੀਂ ਹੈ। ਇਹ ਨਹੀਂ ਹੈ ਵੀ ਅਸੀਂ ਗੁਰੂ ਸਾਹਿਬ ਕੋਲ ਸਿੱਖ ਆਏ ਹਾਂ ਤੇ ਮਹਾਰਾਜ ਵੱਧ ਪਿਆਰ ਕਰੇਗਾ ਤੇ ਕੋਈ ਹੋਰ ਧਰਮ ਦਾ ਆ ਗਿਆ ਤੇ ਮਹਾਰਾਜ ਨੇ ਮੂੰਹ ਦੂਜੇ ਪਾਸੇ ਨੂੰ ਕਰ ਲੈਣਾ। ਨਾ ਨਾ ਨਾ, ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ। ਮਾਂ ਪਿਓ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਕਰਦੇ ਆ ਨਾ। ਹਾਂ, ਕਈ ਵਾਰੀ ਮਾਂ ਪਿਓ ਉਸ ਬੱਚੇ ਨਾਲ ਜ਼ਿਆਦਾ ਪਿਆਰ ਕਰਦੇ ਜਿਹੜਾ ਮਾਂ ਪਿਓ ਦੇ ਕਹਿਣੇ 'ਚ ਆ ਜਾਂਦਾ, ਜਿਹੜਾ ਆਖੇ ਲੱਗਦਾ, ਜਿਹੜਾ ਮਾਂ ਪਿਓ ਦਾ ਸਤਿਕਾਰ ਕਰਦਾ ਹੈ। ਰੱਬ ਨਿਰਵੈਰ, ਸਾਡੇ ਗੁਰੂ ਸਾਹਿਬ ਵੀ ਨਿਰਵੈਰ ਸਨ। ਅਸੀਂ ਪਤਾ ਇੱਥੇ ਕਿਉਂ ਬੈਠੇ? ਅਸੀਂ ਵੀ ਚਾਹੁੰਦੇ ਹਾਂ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਕੋਏ ਪਾਏ। ਮਹਾਰਾਜ ਜੇ ਤੁਸੀਂ ਕਹਿੰਦੇ ਹੋ ਇਹ ਸੁਖੀ ਬਸੇ ਪੂਰਾ ਪਰਿਵਾਰ ਆ, ਮੇਰਾ ਸਾਰਾ ਪਰਿਵਾਰ, ਫਿਰ ਮੇਰੇ ਤੇ ਵੀ ਕਿਰਪਾ ਕਰੋ, ਮੈਂ ਵੀ ਤੁਹਾਡਾ ਪਰਿਵਾਰ ਮੰਨ ਲਾਂ ਇਹਨੂੰ। ਜੇ ਤੁਸੀਂ ਕਹਿੰਦੇ ਹੋ ਸਾਰਿਆਂ 'ਚ ਰੱਬ ਮੈਨੂੰ ਦਿਸ ਪਏ ਇਹ ਮੇਰੇ ਹੈ, ਮੈਂ ਇਹਨਾਂ ਨੂੰ ਸਮਝਣਾ ਹੀ, ਮੇਰੇ ਤੇ ਵੀ ਬਖਸ਼ਿਸ਼ ਕਰੋ। ਅਸੀਂ ਤਾਂ ਹੀ ਆਉਣੇ ਮਹਾਰਾਜ ਦੇ ਕੋਲ। ਉਹ ਨਿਰਵੈਰ ਹੈ ਰੱਬ, ਗੁਰੂ ਵੀ ਨਿਰਵੈਰ ਹੈ, ਕਿਸੇ ਨਾਲ ਕੋਈ ਵੈਰ ਨਹੀਂ ਹੈ, ਮਹਾਰਾਜ ਰੱਖਦਾ ਹੀ ਨਹੀਂ ਹੈ। ਬਹੁਤ ਉਦਾਹਰਨਾਂ ਇਸ ਵਿਸ਼ੇ ਦੇ ਦੱਸਦੇ ਆਪ ਜੀ ਨਾਲ ਬੜੀ ਬੜੀ ਸਾਂਝੀਆਂ ਕੀਤੀਆਂ। ਮਤ ਸੰਖੇ ਵਰਤ, ਅਕਾਲ ਜਿਹੜਾ ਕਾਲ ਤੋਂ ਰਹਿਤ ਹੈ, ਅਸੀਂ ਕਾਲ ਦੇ ਅਧੀਨ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭੋਗ ਦੇ ਸ਼ਲੋਕਾਂ 'ਚ ਕਿਹਾ ਸੀ ਨਾ, ਆਪਾਂ ਹੁਣੇ ਹੀ ਅਜੇ ਵਿਚਾਰ ਸਰਵਣ ਕੀਤੀ ਹੈ। ਜੋ ਉਪਜਿਓ ਸੋ ਬਿਨਸ ਹੈ, ਜਿਹਦੀ ਉਪਜ ਹੋਈ ਨਾ, ਜਿਹੜਾ ਪੈਦਾ ਹੋਇਆ ਉਹਨੇ ਖਤਮ ਹੋਣਾ ਇੱਕ ਦਿਨ। ਪਰ ਉਹ ਆਜ ਕਹਿ ਕਾਲ, ਅੱਜ ਜਾਂ ਕੱਲ੍ਹ ਨੂੰ ਮੌਤ ਦੇ ਮੂੰਹ 'ਚ ਅਸੀਂ ਪੈ ਜਾਣਾ। ਅਸੀਂ ਕਾਲ ਦੇ ਅਧੀਨ ਹੈ। ਰੱਬ ਅਕਾਲ ਹੈ। ਰੱਬ ਤੇ ਗੁਰੂ ਕਦੇ ਮਰਦਾ ਨਹੀਂ। ਅਸੀਂ ਤੇ ਉਸ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ। ਨਾ ਪੇਰ ਮਰੇ ਨਾ ਜਾਏ, ਜਿਹਦਾ ਅਸੀਂ ਜੋਤੀ ਜੋਤ ਦਿਵਸ ਨਹੀਂ ਕਦੇ ਮਨਾਉਣਾ, ਕਿਉਂਕਿ ਉਹਨੇ ਜਾਣਾ ਹੀ ਨਹੀਂ ਕਿਤੇ। ਉਹ ਛੱਡ ਕੇ ਨਹੀਂ ਜਾਂਦੇ, ਉਹਨੂੰ ਮਰਦਾ ਵੀ ਨਹੀਂ ਹੈ। ਉਹ ਅਕਾਲ ਹੈ, ਅਸੀਂ ਕਾਲ ਦੇ ਅਧੀਨ ਹੈ। ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਆਹ ਕਾਲ ਦਾ ਤਮਾਸ਼ਾ ਹੈ। ਰੱਬ ਅਕਾਲ ਹੈ, ਮੌਤ ਤੋਂ ਕਾਲ ਤੋਂ ਰਹਿਤ ਹੈ। ਮੂਰਤ, ਉਹਦੀ ਕੋਈ ਮੂਰਤੀ ਨਹੀਂ ਹੈ। ਆਹ ਸਾਰੀਆਂ ਉਹਦੀਆਂ ਮੂਰਤੀਆਂ ਵੀ ਨੇ। ਉਹ ਨਿਰਗੁਣ ਵੀ ਹੈ, ਉਹ ਸਦਗੁਣ ਵੀ ਹੈ, ਉਹ ਸਾਰਿਆਂ 'ਚ ਹੈ ਵੀ ਹੈ, ਉਹ ਸਾਰਿਆਂ ਤੋਂ ਨਿਰਲੇਪ ਵੀ ਹੈ। ਇਹ ਰੱਬ ਦਾ ਇੱਕ ਗੁਣ ਹੈ। ਅਸੀਂ ਇੱਕ ਥਾਂ 'ਤੇ ਹੀ ਹੋ ਸਕਦੇ ਹਾਂ। ਆਪ ਜੀ ਇੱਥੇ ਬੈਠੇ ਹੁਣ ਆਪਦੇ ਘਰ ਨਹੀਂ ਹੋ ਤੁਸੀਂ, ਜਦੋਂ ਘਰ ਚਲੇ ਜਾਓਗੇ ਉਦੋਂ ਤੁਸੀਂ ਇੱਥੇ ਨਹੀਂ ਹੋਗੇ। ਕੋਈ ਫੋਰਨ ਚਲਾ ਜਾਂਦਾ, ਹੁਣ ਬਾਹਰ ਚਲਾ ਜਾਏਗਾ, ਇੱਥੇ ਨਹੀਂ 4 ਸਾਲ ਉਹਨੇ ਦਿਸਣਾ। ਇੱਥੇ ਜਿਹੜਾ ਬੈਠਾ ਹੁੰਦਾ ਉੱਥੇ ਨਹੀਂ ਦਿਖਣਾ। ਰੱਬ ਇੱਥੇ ਵੀ ਹੈ, ਰੱਬ ਉੱਥੇ ਵੀ ਹੈ। ਰੱਬ ਸਦਗੁਣ ਵੀ ਸਾਰਿਆਂ 'ਚ ਵੀ ਹੈ, ਰੱਬ ਨਿਰਗੁਣ ਵੀ, ਨਿਰਲੇਪ ਵੀ ਹੈ ਸਾਰਿਆਂ 'ਚ। ਉਹਦੀ ਕੋਈ ਮੂਰਤੀ ਨਹੀਂ, ਉਹਨੂੰ ਕੋਈ ਮੂਰਤੀ ਬਣਾ ਕੇ ਉਹਦੀ ਪੂਜਾ ਹੈਗਾ। ਵੱਖਰੀ ਗੱਲ ਹੈ। ਧੰਨੇ ਨੇ ਕਿਹਾ ਸੀ
ਸਾਰੇ ਉਹ ਕਹਿੰਦੇ ਪੱਥਰ ਚੋਂ ਮਿਲਿਆ ਧੰਨੇ ਨੂੰ, ਧੰਨੇ ਨੇ ਕਿਹਾ ਪੱਥਰ 'ਚ ਵੀ ਰੱਬ ਹੈ, ਕਣ ਕਣ 'ਚ ਵਸਿਆ ਹੋਇਆ ਰੱਬ। ਇਹ ਬਿੰਦ ਸੁਣ ਕੇ ਜੱਟ ਰੂਠ ਭਗਤੀ ਲੱਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇੱਕ ਸੋਝੀ ਆ ਜਾਣੀ ਵੀ ਸਾਰਿਆਂ 'ਚ ਰੱਬ ਹੈ, ਸਾਨੂੰ ਅਜੇ ਨਹੀਂ ਗਿਆਨ, ਤਾਂ ਤੇ ਅਸੀਂ ਰਖਾ ਵੈਰ ਐਵੇਂ ਉਹ ਚੁੱਕੀ ਫਿਰਦੇ ਆ ਵੀ ਜਿੱਧਰ ਗੱਲ ਸਮਝ ਆ ਗਈ ਉਦੋਂ ਤੇ ਬੰਦਾ ਬੜਾ ਸ਼ਾਂਤ ਹੋ ਜਾਂਦਾ, ਉਧਰ ਤੇ ਅੱਖਾਂ ਵੀ ਉੱਚੀਆਂ ਕਰਦਾ, ਕਹਿੰਦਾ ਰੱਬ ਵੇਖਦਾ, ਅੱਖਾਂ ਬੁਲਾਵਾ ਕਿਵੇਂ ਦੇ ਤੇ ਰੱਬ ਬੈਠਾ, ਉਹਦੀ ਕੋਈ ਪੂਰਤੀ ਨਹੀਂ ਹੈ। ਅਜੂਨੀ ਉਹ ਜੂਨੀਆਂ 'ਚ ਨਹੀਂ ਆਉਂਦਾ। ਅਸੀਂ ਨਾ ਜਿਹੋ ਜਿਹੇ ਕਰਮ ਕਰਾਂਗੇ ਉਹੋ ਜਿਹੀ ਜੇ ਹੀ ਰੁੱਤ ਕਾਇਆ ਸੁਖ ਦੇਹਾ ਤੇ ਹੋ ਜਿਹੀ ਦੇ, ਅਸੀਂ ਜਿਹੋ ਜਿਹੇ ਕਰਮ ਕਰਾਂਗੇ ਸਾਨੂੰ ਅਗਲੀ ਜੋਨੀ ਮਿਲਣੀ ਹੈ ਗੁਰਮੁਖੋ। ਜੇ ਮੈਂ ਮਨੁੱਖ ਬਣ ਕੇ ਮਨੁੱਖ ਵਾਲੇ ਕਰਮ ਨਹੀਂ ਕਰਾਂਗਾ ਫਿਰ ਕਰਤੂਤ ਪਸ਼ੂ ਕੀ ਮਾਨਸ ਜਾਤ। ਉਹਨਾਂ ਜਦੋਂ ਕੌਂਡਾ ਰਾਖ 'ਚ ਤਲਣ ਲੱਗਾ ਨਾ ਭਾਈ ਪ੍ਰਧਾਨਾ ਜੀ ਨੂੰ ਕੜਾਹੀ 'ਚ ਖਾਣ ਲੱਗਾ, ਉਹ ਬੰਦਿਆਂ ਨੂੰ ਛੱਡ ਜਾਂਦਾ ਇਹ। ਤੇ ਭਾਈ ਪ੍ਰਧਾਨੇ ਨੇ ਕੀਤੀ ਬੇਨਤੀ, ਕਹਿੰਦਾ ਬਾਬਾ ਹੁਣ ਤੇ ਬਚਾਓ ਇਹਨੇ ਤੇ ਮੈਨੂੰ ਤਲ ਕੇ ਖਾਏ ਨਾ। ਤੇ ਮਹਾਰਾਜ ਪ੍ਰਗਟ ਹੋ ਗਏ, ਪ੍ਰਗਟ ਹੋ ਕੇ ਤੇ ਉਹ ਕੌਂਡੇ ਰਾਖਸ਼ ਕੋਲ ਇੱਕ ਸ਼ੀਸ਼ਾ ਸੀ, ਸ਼ੀਸ਼ਾ ਦਰਪਣ, ਉਹਨਾਂ ਨੂੰ ਸ਼ੀਸ਼ਾ ਦੇ ਆ ਕੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਕੀਤਾ। ਸ਼ੀਸ਼ਾ ਸਾਹਮਣੇ ਕਰਕੇ ਉਹ ਚਰਨਾਂ 'ਤੇ ਡਿੱਗ ਪਿਆ ਗੁਰੂ ਨਾਨਕ ਸਾਹਿਬ ਜੀ ਦੇ। ਮਹਾਰਾਜ ਕਹਿੰਦੇ ਕੀ ਗੱਲ ਹੈ? ਕਹਿੰਦਾ ਜੀ ਮੇਰਾ ਉਧਾਰ ਕਰੋ, ਕੌਂਡਾ ਰਾਖਸ਼ ਕਹਿੰਦਾ ਗੁਰੂ ਨਾਨਕ ਸਾਹਿਬ। ਮਹਾਰਾਜ ਕਹਿੰਦੇ ਇਹ ਕੀ ਕਰਨ ਲੱਗਾ? ਕਹਿੰਦਾ ਜੀ ਕੁਛ ਵੀ ਨਹੀਂ। ਭਾਈ ਪ੍ਰਧਾਨਾ ਜੀ ਬੋਲੇ ਮਹਾਰਾਜ ਮੈਨੂੰ ਖਾ ਜਾਣਾ ਸੀ ਇਹਨੇ ਤਲ ਕੇ, ਆ ਕੜਾਹ ਗਰਮ ਹੈ ਇਹਦੇ 'ਚ ਪਾ ਕੇ। ਮਹਾਰਾਜ ਕਹਿੰਦੇ ਤੂੰ ਤੇ ਆਦਮ ਖੋਰ ਹੈ, ਕੌਂਡੇ ਰਾਖਸ਼ ਨੂੰ ਉਹ ਬੰਦਿਆਂ ਨੂੰ ਖਾ ਜਾਂਦਾ। ਕਹਿੰਦਾ ਜੀ ਮੈਂ ਕਿਸੇ ਬੰਦੇ ਨੂੰ ਨਹੀਂ ਖਾਂਦਾ। ਸ਼ਾਇਦ ਮਰਦਾਨੇ ਨੂੰ ਨਹੀਂ ਉਹਨੇ ਪਾਉਣਾ, ਉਹ ਮਰਦਾਨਾ ਜੀ ਨੇ ਵੇਖਿਆ ਸੀ ਵੀ ਇਹ ਬੰਦਿਆਂ ਨੂੰ ਖਾਂਦਾ, ਕੜਾਹ ਤਪ ਰਿਹਾ ਸਾਰਾ ਕੁਝ, ਜੱਗੂ ਕੋਦੋਂ ਬੀਆ ਬਣ ਜੰਗਲ 'ਚ ਤੇ ਰਹਿੰਦਾ ਸੀ ਉਹ। ਕਹਿੰਦਾ ਜੀ ਕਿਸੇ ਮਨੁੱਖ ਨੂੰ ਨਹੀਂ ਖਾਂਦਾ। ਭਾਈ ਪ੍ਰਧਾਨਾ ਜੀ ਕਹਿੰਦੇ ਜੀ ਝੂਠ ਬੋਲਦਾ, ਮੈਂ ਅੱਖਾਂ ਨਾਲ ਵੇਖਿਆ ਇਹ ਖਾ ਜਾਂਦਾ। ਕਹਿੰਦਾ ਜੀ ਮੈਂ ਸੱਚ ਕਹਿੰਦਾ ਕਿਸੇ ਮਨੁੱਖ ਨੂੰ ਨਹੀਂ ਖਾਂਦਾ। ਫਿਰ ਕਿਹਨੂੰ ਖਾਂਦਾ? ਕਹਿੰਦਾ ਜੀ ਜਾਨਵਰਾਂ ਨੂੰ। ਉਹ ਹੈਰਾਨ ਹੋ ਗਏ ਭਾਈ ਪ੍ਰਧਾਨਾ ਜੀ। ਗੁਰੂ ਸਾਹਿਬ ਕਹਿੰਦੇ ਜਾਨਵਰਾਂ ਨੂੰ? ਭਾਈ ਪ੍ਰਧਾਨਾ ਜੀ ਕਹਿੰਦੇ ਤੂੰ ਬੰਦੇ ਖਾਣ ਵਾਲਾ, ਤੂੰ ਕਿਹਦਾ ਜਾਨਵਰ? ਕਹਿੰਦਾ ਜੀ ਮੇਰੇ ਕੋਲ ਇੱਕ ਸ਼ੀਸ਼ਾ ਹੈ, ਜਦੋਂ ਮੈਂ ਸ਼ੀਸ਼ਾ ਕਿਸੇ ਦੇ ਵੀ ਸਾਹਮਣੇ ਕਰਦਾ ਨਾ, ਉਹਦੀ ਬਾਹਰਲੀ ਸ਼ਕਲ ਨਹੀਂ ਸ਼ੀਸ਼ਾ ਵਿਖਾਉਂਦਾ ਹੈ, ਉਹਦੀ ਅੰਦਰਲੀ ਦਸ਼ਾ ਪ੍ਰਗਟ ਕਰ ਦਿੰਦਾ ਹੈ। ਅੰਦਰ ਕੀ ਹੈ, ਅੰਦਰੋਂ ਬੰਦਾ ਕਿਹੋ ਜਿਹਾ। ਤੇ ਮਹਾਰਾਜ ਸਰੀਰ ਤੇ ਬਹੁਤੇ ਮਨੁੱਖਾਂ ਵਾਲੇ ਲਈ ਫਿਰਦੇ ਨੇ, ਮਨੁੱਖ ਨਹੀਂ ਜੇ, ਇਹ ਪਸ਼ੂਆਂ ਲਈ ਮਹਾਰਾਜ ਨੇ ਲਿਖ ਕੇ ਦਿੱਤਾ ਹੈ। ਕਹਿੰਦਾ ਜੀ ਉਹਦੇ ਵਿੱਚ ਮੈਨੂੰ ਅੰਦਰਲੀ ਬਿਰਤੀ ਦੇ ਦਿੱਤੀ ਤੇ ਮਨੁੱਖ ਨਹੀਂ ਜੇ ਦਿਸਿਆ ਮੈਨੂੰ। ਤੁਹਾਡੇ ਅੱਗੇ ਸ਼ੀਸ਼ਾ ਕੀਤਾ ਤਾਂ ਦੇ ਤੁਹਾਡੇ ਚਰਨਾਂ ਦੇ ਡਿੱਗ ਪਿਆ। ਮੇਰੇ ਗੁਰੂ ਨੇ ਸ਼ੀਸ਼ਾ ਦੇਣ ਲੱਗਿਆ ਕਿਹਾ ਸੀ ਇਸ ਸ਼ੀਸ਼ੇ 'ਚ ਜਿੱਦਣ ਜਿਹੋ ਜਿਹਾ ਕੋਈ ਬਾਹਰੋਂ ਦਿਸੇਗਾ ਉਹੋ ਜਿਹਾ ਅੰਦਰੋਂ ਤੈਨੂੰ ਨਜ਼ਰ ਆਏਗਾ, ਉਹਨੇ ਤੇਰਾ ਉਧਾਰ ਕਰਨਾ ਹੈ। ਬਾਬਾ ਤੇਰੇ ਅੱਗੇ ਸ਼ੀਸ਼ਾ ਕੀਤਾ, ਜਿਹੋ ਜਿਹਾ ਬਾਹਰੋਂ ਹੈ ਅੰਦਰੋਂ ਵੀ ਤੂੰ ਉਹੋ ਜਿਹਾ ਹੀ ਹੈ। ਅਸੀਂ ਆਪਣੇ ਅੰਦਰ ਝਾਤ ਮਾਰ ਕੇ ਵੇਖੋ, ਜਿਹੋ ਜਿਹੇ ਬਾਹਰੋਂ ਕੀ ਅੰਦਰੋਂ ਤੁਸੀਂ ਉਹੋ ਜਿਹੇ ਹੋ। ਤੁਸੀਂ ਕਿਸੇ ਰਿਸ਼ਤੇਦਾਰ ਨੂੰ ਮਿਲਦੇ ਹੋ ਤੇ ਵੈਸੇ ਉਹ ਕਿਸੇ ਹਿੰਦੀ ਦੇ ਉਹ ਰਾਈਟਰ ਨੇ ਲਿਖਿਆ, ਕਹਿੰਦਾ ਹੋ ਰਹੀ ਸੀ ਸਾਜ਼ਿਸ਼ महफिल में मुझे मारने के लिए गया तो कहते हैं तेरी उम्र बहुत लंबी है। ਕਹਿੰਦਾ ਮੇਰੇ ਮਾਰਨ ਦੀ ਸਾਜ਼ਿਸ਼ ਘਟ ਰਹੇ ਸਨ, ਅਚਾਨਕ ਮੈਂ ਚਲਾ ਗਿਆ ਤੇ ਹੱਸ ਕੇ ਕਹਿੰਦੇ ਤੇਰੀ ਉਮਰ ਬੜੀ ਲੰਬੀ ਹੈ। ਅੰਦਰੋਂ ਮੈਨੂੰ ਮਾਰਨ ਦੀਆਂ ਗੱਲਾਂ ਕਹਿੰਦੇ, ਬਾਹਰੋਂ ਕਹਿੰਦੇ ਤੇਰੀ ਦੀ ਉਮਰ ਬੜੀ ਲੰਬੀ ਹੈ। ਅਸੀਂ ਆਹ ਕੁਝ ਕਰਦੇ ਹਾਂ, ਅਸੀਂ ਹੈ ਉਹੋ ਜਿਹੇ ਬਾਹਰੋਂ ਜਿਹੋ ਜਿਹੇ ਅੰਦਰੋਂ ਹੈ। ਜਿਨ ਮਨ ਹੋਰ ਮੁੱਖ ਹੋਰ, ਸਾਡੀ ਸਾਰਿਆਂ ਦੀ ਹਾਲਤ ਇਹੋ ਜਿਹੀ ਹੈ। ਮਨ ਤੋਂ ਕੁਝ ਹੋਰ ਹੁੰਦੇ ਤੇ ਮੁੱਖ ਤੋਂ ਕੁਝ ਹੋਰ ਬੋਲਦੇ ਆ। ਤੇ ਕਾਢੇ ਕੱਚਿਆ, ਉਹ ਧਰਮ ਦੀ ਦੁਨੀਆ 'ਚ ਕੱਚੇ ਕੱਢੇ ਜਾਂਦੇ, ਉਹ ਪ੍ਰਵਾਨ ਨਹੀਂ ਹੁੰਦੇ। ਰੱਬ ਦੇ ਘਰ ਉਧਰ ਪ੍ਰਵਾਨ ਹੋਣਾ ਜਿੱਧਰ ਜਿਹੋ ਜਿਹੇ ਬਾਹਰੋਂ ਉਹੋ ਜਿਹੇ ਅੰਦਰੋਂ ਵੀ ਬਣੀਆਂ, ਜਿਹੋ ਜਿਹੇ ਬੋਲਦੇ ਉਹੋ ਜਿਹੇ ਅੰਦਰ ਵੀ ਹੋਣੇ ਚਾਹੀਦੇ ਆ, ਫਿਰ ਗੱਲ ਬਣਨੀ ਹੈ। ਕਹਿੰਦਾ ਬਾਬਾ ਮੇਰੇ ਗੁਰੂ ਨੇ ਦਰਪਣ ਦੇਣ ਲੱਗਾ ਕਿਹਾ ਸੀ ਤੇਰਾ ਉਧਾਰ ਉਹ ਕਰੇਗਾ ਜਿਹੜਾ ਬਾਹਰੋਂ ਅੰਦਰੋਂ ਇਹੋ ਜਿਹਾ। ਉਹ ਮੈਨੂੰ ਤੁਸੀਂ ਇਕੱਲੇ ਨਜ਼ਰ ਆਏ ਹੋ, ਬਾਕੀ ਸਰੀਰ ਬੰਦਿਆਂ ਵਾਲੇ ਸਨ, ਹੈ ਉਹ ਜਾਨਵਰ ਹੀ ਹਨ। ਉਹਨਾਂ ਨੂੰ ਵਿਖਾ ਜਾਂਦਾ ਸੀ ਜਿਹੜੇ ਜਾਨਵਰ ਸਨ। ਅਜੂਨੀ ਇਹਦਾ ਮਤਲਬ ਅਸੀਂ ਮਨੁੱਖ ਹੋ ਕੇ ਵੀ ਮਨੁੱਖ ਨਹੀਂ ਹੈ। ਮਨੁੱਖ ਸਰੀਰ ਤਿਆਗਣ ਤੋਂ ਬਾਅਦ ਕੀ ਪਤਾ ਕਿਹੜੀ ਜੋਨੀ 'ਚ ਜਾਣਾ ਹੈ। ਚਾਰ ਪਾਮ ਦੋਏ ਸਿੰਘ ਗੋ, ਇਹ ਅਗਲੀ ਜੋਨੀ ਦੀ ਮਹਾਰਾਜ ਨੇ ਗੱਲ ਕੀਤੀ ਹੈ। ਚਾਰ ਪਾਮ ਬੰਦਿਆ ਫਿਰ ਤੇਰੇ ਚਾਰ ਪੈਰ ਲੱਗਦਾ ਨੇ, ਚਾਰ ਪਾਮ ਦੋਏ ਸਿੰਘ ਗੋ ਗੋ ਖਤਾਬ ਕੈਸੇ ਗੁਣ ਗਈ ਹੈ।
फिर की पता किधर को आत्मा ने तुर जाना, किसी गधे च जाएगी, हाथी च जाएगी, कूकर च जाएगी, होर किते जाएगी। जिहो जे कर्म करांगे उधर को तुर जाना इन्हें। जे ही रुतदा उत्थे अंदरली अवस्था काया सुखते आ, ओहो जी काया अगली मिलनी है। जे घर नाल ही प्यार है ना तो फिर घर च ही आ जाना दोबारा। है की पता की बन के पशु बन के आना कि की बन के आना है। रब जोनिया च नहीं आता, वो अजोनी सह भंगदार होंगे, वो अपने आप तो पैदा होया। कमाल है, कोई अपने आप तो भी पैदा हो सकता, रब होया। इस करके तो वड्डा है भी वो अपने आप को पैदा होया। गुर प्रसाद ये रब के गुण सन जिहड़े पहले दे, गुरु की कृपा नाल रब मिल सकता है। प्रसाद का अर्थ कृपा है, गुरु की कृपा वरतेगी तो एक ओंकार की प्राप्ति होनी है। शब्द की रमत इतों दीजिए, जियो डरत है अपना, कहते जी मेरा जिंद डरती है, मेरी जियो डरता है। आप जी डरते हो कि नहीं? मेरे ख्याल डरते हैं आप सारे। क्यों? संसार की दशा ठीक नहीं है। अब पिछले थोड़े दिनों खबर आती ने पढ़िया, बहुत कतल होए ने तो बहुत नशे नाल बच्चे जिहड़े चढ़ाई की है। साडी आत्मा डरती है कि नहीं, साडा की बनेगा? साडे भी बच्चों के निके निके है, डर लगता है कि नहीं? अब विदेश बच्चे भेजन का कारण ही बहुत वड्डा मेरे ख्याल किते ना किते ये है। नहीं तो जिहदे 50 किले जमीन वो भी बाहर जाना चाहता है, इसका मतलब सिस्टम ठीक नहीं है। माँ प्यो डर रहा है, इत्थे रह के कभी होर ही पहाड़ा ना वापर जे, भेज दिओ बाहर, चलो उत्थे थोड़ा जिहा डर की जिद डरती है ना साडी भी ठीक नहीं है। बच्चे जिहदे निके ने वो भी डर रहा भी ये वड्डे हो गए की बनेगा, बाहर तो ना निकलना ही है, कॉलेज जाना ना स्कूल जाना। साडी धी अज निक्की जी है, इन्हें बाहर समाज च विचरना है, कल इन्हें जाना है। इत्थों तक डर भी है। हुण बच्ची जदों हुण धी नूं जदों बाप तोड़दा, पता क्यों रोंदा है भी जिन्ना मैं इहनूं प्यार दिता है की पता अगों मिलना है, क्योंकि डर हुंदा है उहदे अंदर, पता नहीं इहदे नाल की भाना वापरना अगे जाके। हो सकदा वो सुखी भी रहे, गुरु कृपा कर, धी भैणां सुखियां ही होणियां चाहीदियां, माँ प्यो भी तां सुखी, पर उहदे अंदर एक डर हुंदा है, पता नहीं अगे की बनेगा। साडी आत्मा कल्पदी है, डरदी है। जियो डरत है अपना, कैस्यों करी पुकार। आत्मा जिद डर रही हो, पुकार की अगे करा। एक सवाल खड़ा हो गया, कौन है मैनू जो सदीवी सुख दे सकता है? किहदे अगे जाके रोवां? कोई बंदा दुखी है, दसो किहदे अगे जाके रोए? किनू दसे अपना दुख? सुखी हो जाइए, संसार दुखों का घर है, ये चो बच जाइए। जिद डरती है, की बनेगा मेरा, की बनेगा आने वाले समय बच्चों का की बनेगा, की हालात ठीक नहीं है। जिद डरती, किनू जाके दसीए भी हालात ठीक होना? किहदे अगे जाके रोइए? कैस्यों कदी पुकार। जां एक ना बचन की अगे विचार की, सरवर पंखी हेकड़ो फाही वाल 50। कहते संसार समुद्र च पंछी मैं कला ही है, फाइयां पाने वाले 50 ने थे। हुण बचांगे किवें? सरवर पंखी हेकड़ो फाही वाल 50, इहो ना मन लहरी गढ़ थिया, सचे तेरी आस। हुण सचे की आस है रब की, गुरु की। वो ही कृपा करे तो बचावे तो कृपा हो सकती है। असी सारी ये गल कहने, जो संसार की दशा देखते असीं कहने गुरु ही कृपा करे तो हुण ये कोई ठीक हो सकता है, रब कृपा करे तो ये हुण ठीक हो सकता, नहीं तो हालात ठीक नहीं। कैस्यों करी पुकार। फिर पुकार पता दुख विसारन सेविया, फिर जो सारे दुखों को दूर करना उन्होंने चेते किया। वो कौन है? गुरु ते रब, सदा सदा दातार, जो सदा सदा दाता देता। फिर वो अगे जाके क्या, जगत च लंदा रख ले अपनी कृपा धार। फिर रोए तो उत्थे आन के, महाराज तुसीं हुण कृपा करो, रखो जगत च लंदे नूं, बड़ा बुरा हाल है, अपनी कृपा करो प्रभ पास जन की अरदास। तू सच्चा साईं मैं तान दीवान, तू है मेरे स्वामी, मैं तुद आगे अरदास। मैं होर थाओ नाही, जिस पै करूं बनंती, मेरा दुख सुख तुझ ही पास। किहदे अगे जाके रोवां तेनूं छड्ड के दसो? दुख विसार सेविया, जिद डरदी ही किहदे अगे रोवां? तो फिर ओहदे अगे आण के रोया जीव जिन्हें दुख दूर कर देने, समर्थ है जिहदे कोल, पावर है, ताकत है, जिहड़ा सदा ही दाता देण वाला, सदा सदा दा दाता। ये नहीं कोई एक बारी संसार बना के दे फिर वो बेफिक्र होकर पेगा और रोज नविया दाता देता है।
सदा ही उन्नताद, सदा ही दाता है, एक ही है वाहिगुरू परमात्मा। तो फिर जिंद ਉਹਦੇ ਅੱਗੇ आन के तो रोई है, ਉਹਦੇ ਅੱਗੇ आन के पुकार की है कि हुण तू ही दुख दूर कर सकता है। साहिब मेरा नीत नवा, मेरा साहिब नित नवा है, सदा सदा दा तार, सदा ही दाता दिंदा है। ये नित नवे के अर्थ असीं जिस पासों ਨੂੰ मर्जी लिजा के कर सकते हैं। एक तो है कि नित तुसीं दाता मंगी जाओ, दाता ये नहीं कहता कल की लैके गया है, वार वार मंगो वो तुहानूं वार वार दाता दिंदा है। एक ये भी है कि आप नित नित रोज करते हो आप जी, कल होर रस सी जपजी साहिब पढ़ता, अज होर रस है। तुसीं ना किते भी ये वेखिओ, तुहाडा कथा भी सुनना आउंदे हो, किसी दिन तुहाडा होर तुहानूं होर रस मिलदे, किसी दिन होर रस मिलदे, शब्द भावें एक ही होवे। ਆਪਾਂ ना थोड़े दिन पहले ही हुक्मनामे की विचार शुरू की थी, मेरे ख्याल एक हुक्मनामे की विचार आप 3-4 वारी कर भी चुके भी बार बार आया हुक्मनामा, तो सानू विचार नवी दी गुरु साहब ने हरेक हुक्मनामे। वो नवा है ना, जिस पासों मर्जी विचार कर लो, वो इत्थे नवे का अर्थ भी वो सदा ताज़ा रहिंदे, ताज़ा। आप है ना अपने तो परिवार भी कोई वार-वार मंग लो, तुसीं कल्प जाओगे, कल्प देना वो नहीं इहो जिहा भी वो सदा वो दाता देण वास्ते बैठदा है और नवा जो मर्ज ना वो थकदा है, ना अकदा है, ना किसी तो गुस्से होता है। ये आपां वो सारे अर्थ जिहड़े मूल मंत्र च कर चुके हैं। वो नवा है, वो ताज़ा है और वो सदा ही दाता देते रहाओ। आन दिन साहिब सेविए, कहते फिर ऐसे गुरु तो रब दिन रात सेवना चाहिए, जिहड़ा दाता भी देंदा है, सुख भी देंदा है। हुण असीं कितना कुछ सेवते हैं, असीं दुखी होया ना कोई तो रागी सिंह सद ले सहज पाठ आरंभ करा लिया, भाई साहब जी शब्द जरूर सुनाओ, जिसके सिर ऊपर तू स्वामी सो दुख कैसा पावे। एक ही नहीं सुनिया, बस शब्द को वसा अपने जीवन च, उसे शब्द च अगे जाके आउंदा सब तो वड्डा सतगुर नानक जेत गल राखी मेरी, रखिया तेरी तां करेगा शब्द को वसा। आन दिन साहिब सेविए दिन रात, महाराज कहते ना काम पदे हर सिमरिए, ऐसा सिमरो नित। कम पैण ते जिवें सिमरदा इतना नित ही किते सिमरना, कम पैण ते बड़े ही सिमरते हैं। किसी को कम पिया वो अरदास करता, रो भी पैंदा गुरु साहब को आ के, कहता जी मैं 40 दिन सेवा करके जावांगा। महाराज तरस करके कर दिता, 40 दिनों बाद फिर नहीं आता गुरुद्वारे। ये तो जिवें 40 दिन सेवा की कि सदा ही इहो जी भावना बना ला, फिर दुख तो आउणगे नहीं जीवन च। सिर्फ 40 दिन काम पदे हर सिमरिए ना, कम पिया तो रब भी चेते आ गया। वैसे कभी जपजी साहब का पाठ नहीं किया। महाराज कहते फिर दिन रात उन्होंने जप, अन दिन साहिब सेविए, अंत छड़ाए सोए। अंत को उन्हें कितनी छड़ाना है, बंदना तो याद करना है, जपया कर, अंत को छड़ाएगा, तेरा विकारा तो बचेगा, दुखा तो बचेगा, जमा तो बचेगा, उन्हें छड़ाना है। और किसी को कोई पावर ने ना मां ने उत्ते छड़ाना, ना बाप ने, ना भरावा ने, ना धिया पुत्रा ने, ना किसी रिश्तेदार ने छड़ाना है। तो सिर्फ नाम ने, शब्द ने, क्योंकि साढ़े नाल ही उन्हें जाना है, होर तो सब कुछ इत्थे रह जाना है। वो ਜਿਹੜੇ ਮਨੁੱਖ ਨੇ ਉਹ ਸਿਵਿਆਂ तक ਜਾਣਗੇ ਤੇ ਬੀਬੀਆਂ ਅੱਧ ਬਾਟੇ ਮੋੜਾਉਣਗੀਆਂ, ਬਸ ਇੱਥੋਂ ਤੱਕ ਹੀ ਇਹਨਾਂ ਦਾ ਸਫ਼ਰ ਹੈ। ਤੇ ਹਮ ਜਾਣਾ ਨਾ 4 ਬੰਦਿਆਂ ਦੇ ਗੋਡਿਆਂ ਤੇ ਚੜ੍ਹ ਜਾਣਾ ਹੈ, ਤੇ ਭਾਈ ਸਾਹਿਬ ਜੀ ਪਹੁੰਚਣਗੇ ਸ਼ਮਸ਼ਾਨ ਘਾਟ ਤੱਕ, ਉਹ ਵੀ ਕੀਰਤਨ ਸਵੇਲੇ ਦੇ ਪਾਠ ਤੱਕ ਮਹਾ ਰੁਕਣਗੇ ਜਲਦੀ ਜਲਦੀ। ਹੁਣ ਤੇ ਲੋਕਾਂ ਨੂੰ ਇੰਨੀ ਛੇਤੀ ਹੁੰਦੀ, ਉਧਰੋਂ ਲਾਂਬੂ ਲਾ ਕੇ ਨਾਲ ਦੀ ਨਾਲ ਬਾਬਾ ਜੀ ਬਹਿ ਜਾਂਦੇ, ਚਲੋ ਜੀ ਕੀਰਤਨ ਸਵੇਲੇ ਦਾ ਪਾਠ ਕਰੋ, ਤੁਹਾਡਾ ਸੰਸਕਾਰ ਨਹੀਂ ਲੋਕਾਂ ਨੇ ਡੀਕਣਾ ਵੀ ਚਲੋ 10 ਮਿੰਟ ਇਹਨਾਂ ਨੂੰ ਲਾਂਬੂ ਲੱਗ ਜਾਂਦੇ, ਥੋੜ੍ਹਾ ਜਿਹਾ ਅੱਧ ਪਚੱਦਾ ਹੋ ਜਾਏ ਤੇ ਫਿਰ ਕੀਰਤਨ ਸਵੇਲੇ ਦਾ ਪਾਠ ਹੁੰਦੇ। ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ, ਜਦ ਚੰਗੀ ਤਰ੍ਹਾਂ ਉਹ ਅੱਗ ਪੈਂਦੀ ਨਹੀਂ ਗੀ, ਉਹ ਲੱਕੜਾਂ ਨੂੰ ਤੇ ਕੀਰਤਨ ਸਵੇਲਾ ਪੜ੍ਹ ਕੇ ਸਾਰੇ ਆਪੋ ਆਪਣੇ ਘਰੇ, ਇੰਨਾ ਕੁ ਸਾਥ ਹੈ ਇਹਨਾਂ ਦਾ ਤੇਰੇ ਨਾਲ। ਤੇ ਬੀਬੀਆਂ ਦੇ ਵੈਸੇ ਅੱਧ ਬਾਟੇ ਮੋੜ ਆਉਂਦੀਆਂ, ਅੱਧੇ ਪਚੱਦੇ ਪਹੁੰਚਦੇ ਨੇ ਸੇਵਾ ਤੱਕ ਹੁੰਦਾ। ਹੁਣ ਤੇ ਉਹ ਇੱਕ ਪਿੰਡ ਗਏ, ਉਹਨਾਂ ਨੇ ਲੰਗਰ ਥੋੜ੍ਹਾ ਜਿਹਾ ਲੰਗਰ ਦੂਰ ਬਣਾ ਲਿਆ ਗੁਰਦੁਆਰੇ ਤੋਂ,
ਤੇ ਕਹਿੰਦੇ ਬਾਬਾ ਜੀ ਗੁਰਦੁਆਰੇ ਕੋਈ ਮੱਥਾ ਟੇਕਣ ਨਹੀਂ ਆਉਂਦਾ, ਪਰਿਵਾਰ ਲੰਗਰ 'ਚ ਹੁੰਦਾ ਤੇ ਉੱਥੇ ਲੰਗਰ ਛਾ ਕੇ ਮੁੜ ਜਾਂਦੇ ਨੇ ਵਾਪਸ। ਬਾਅਦ ਹੁਣ ਤਾਂ ਇੰਨਾ ਕੀ ਕਰਦੇ ਹੈ, ਗੁਰਦੁਆਰੇ ਵੀ ਮੱਥਾ ਟੇਕਣ ਨਹੀਂ ਕਿਉਂ ਆਉਂਦਾ। ਕਹਿੰਦੇ ਪਰਿਵਾਰ ਨੂੰ ਮਿਲਿਆ, ਗੁਰਦੁਆਰੇ ਕੀ ਮਿਲ ਜਾਣਾ, ਇਹਨਾਂ ਨੇ ਤੇਰਾ ਸਾਥ ਨਹੀਂ ਦੇਣਾ ਹੈ। ਆਨ ਦਿਨ ਸਾਹਿਬ ਸੇਵੀਏ ਅੰਤ ਛਡਾਏ ਸੋਏ, ਅੰਤ ਨੂੰ ਤੈਨੂੰ ਨਾਮ ਨੇ ਛਡਾਉਣਾ ਹੈ। ਸੁਣ ਸੁਣ ਮੇਰੀ ਕਾਮਣੀ, ਕਾਮਣੀ ਜਿੰਦ ਨੂੰ ਕਿਹਾ ਜਿੰਦੇ ਮੇਰੀ ਸੁਣ, ਪਾਰ ਉਤਾਰਾ ਹੋਏ ਤੇਰਾ ਪਾਰ ਉਤਾਰਾ ਸ਼ਬਦ ਤੇ ਨਾਮ ਨਾਲ ਜੁੜੇ ਹੋਣਾ ਹੈ। ਹੋਰ ਨਹੀਂ ਸਭ ਕਿਸੇ ਨੇ ਪਾਰ ਕਰਨਾ। ਕਿ ਮਾਂ ਸਾਡੀ ਬਾਂਹ ਫੜ ਕੇ ਭਵ ਸਾਗਰ ਤੋਂ ਪਾਰ ਕਰੇਗੀ, ਬਾਪ ਕਰੇਗਾ ਜਾਂ ਪੁੱਤਰਾਂ ਦੇ ਮੋਢਿਆਂ ਤੇ ਚੜ ਕੇ ਪਾਰ ਹੋਵਾਂਗੇ, ਨਾ ਨਾ ਨਾ। ਮਰਜ਼ ਕਹਿੰਦੇ ਪਾਰ ਉਤਾਰਾ ਹੋਏ ਮੇਰੀ ਜਿੰਦੇ, ਸ਼ਬਦ ਨਾਲ ਜੁੜ ਜਾ, ਨਾਮ ਨਾਲ ਜੁੜ ਜਾ, ਤਾਂ ਤੇਰਾ ਪਾਰ ਉਤਾਰਾ ਹੋਣਾ ਹੈ। ਦਇਆਲ ਤੇਰੇ ਨਾਮ ਤਰਾ, ਹੇ ਦਿਆਲ ਵਾਹਿਗੁਰੂ ਜੀ ਤੇਰੇ ਨਾਮ ਨਾਲ ਜੁੜ ਕੇ ਤਰ ਸਕਦਾ ਮੈਂ। ਤਰਾ ਇਹਨੂੰ ਜਦ ਤਰਾ ਵੀ ਪੜ ਸਕਦੇ, ਤਰਾ ਵੀ ਇੱਕ ਤਰਾ ਵੀ ਤੈਰ ਸਕਦਾ ਹੈ, ਜਦ ਤਰਾ ਜਿਹੜੇ ਤਰ ਗਏ ਨੇ ਤੈਨੂੰ ਜਪ ਕੇ ਤਰ ਗਏ ਨੇ ਭਵ ਸਾਗਰ ਤੋਂ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ, ਅੱਗ ਪਵੇ ਦੱਜੇ ਨਾਨਕਾ, ਤਰੀਏ ਚਰਨੀ ਲੱਗ। ਉਹਦੇ ਚਰਨਾਂ ਨਾਲ ਜੁੜ ਕੇ ਭਵ ਸਾਗਰ ਤੋਂ ਪਾਰ ਹੋ ਸਕਦਾ ਹੈ, ਮਨੁੱਖ ਤਰਿਆ ਜਾ ਸਕਦਾ। ਸਾਧ ਕੁਰਬਾਨ ਜਾਓ, ਜਿਹੜਾ ਤੈਨੂੰ ਭਵ ਸਾਗਰ ਤੋਂ ਪਾਰ ਕਰ ਦੋ ਉਹਦੇ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ ਹੈ। ਰਹਾਓ ਸਰਬੰਗ ਸਾਚਾ ਏਕ ਹੈ, ਇਹ ਦੋ ਰਹਾਓ ਹੋ ਗਈਆਂ ਜੀ। ਇੱਕ ਤੀਸਰੀ ਰਹਾਓ ਔਰ ਚੌਥੀ ਰਹਾਓ ਜਿਹੜੇ ਉਹ ਬੰਦਾ ਦੇ ਹਿਸਾਬ ਤੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਇੱਕ ਹੁੰਦਾ ਵੀ ਰਹਾਓ ਵਾਲੀ ਪੰਕਤੀ ਦੇ ਆਲੇ ਦੁਆਲੇ ਸਾਰਾ ਸ਼ਬਦ ਭਾਵੇਂ ਅਸ਼ਟਪਦੀ ਜਾਂ ਵੱਡਾ ਸ਼ਬਦ ਹੈ, ਇੱਥੇ ਦੋ ਪੰਕਤੀਆਂ ਦੇ ਪਿੱਛੋਂ ਰਹਾਓ ਹੈ ਵੀ ਸਾਰਾ ਨਿਚੋੜ ਇੱਥੇ ਕੱਢ ਦਿੱਤਾ ਗਿਆ। ਜਿਵੇਂ ਪਹਿਲੀ ਰਹਾਓ ਆਈ ਵੀ ਜੀਓ ਡਰਤ ਹੈ ਆਪਣਾ ਸਾਹਿਬ ਮੇਰਾ ਨੀਤ ਨਵਾਂ ਨਵਾਂ ਦੇ, ਇੱਥੇ ਦੂਸਰੀ ਰਹਾਓ ਆ ਗਈ ਵੀ ਉਹਨੇ ਪਾਰ ਉਤਾਰਾ ਕਰਨਾ ਹੈ। ਹੁਣ ਤੀਸਰਾ ਬੰਦ ਹੈ ਸਰਬੰਗ ਸਾਚਾ ਏਕ ਹੈ, ਦੂਜਾ ਨਾ ਹੀ ਕੋਈ। ਸਾਰਿਆਂ 'ਚ ਰਮਿਆ ਹੋਇਆ ਸੱਚਾ ਜਿਹੜਾ ਇੱਕ ਹੈ, ਕੋਈ ਦੂਸਰਾ ਉਹਦੇ ਵਰਗਾ ਨਹੀਂ ਸੰਸਾਰ ਤੋਂ ਜਿਹੜਾ ਪਾਰ ਕਰ ਸਕੇ। ਤਾਂ ਕਿ ਸੇਵਾ ਸੋ ਕਰੇ, ਕਹਿੰਦੇ ਹੁਣ ਇੱਕ ਦੀ ਸੇਵਾ ਜਿਹੜਾ ਸਾਰਿਆਂ 'ਚ ਰਮਿਆ, ਜਿਹੜਾ ਸਾਰੀਆਂ ਥਾਵਾਂ ਤੇ ਸੱਚਾ ਹੈ। ਤਾਂ ਕਿ ਸੇਵਾ ਸੋ ਕਰੇ, ਉਹਦੀ ਸੇਵਾ ਉਹ ਹੀ ਕਰ ਸਕਦਾ। ਕੌਣ? ਜਾਂ ਕੋ ਨਦਰ ਕਰੇ, ਕਹਿੰਦੇ ਜਿਹਦੇ ਪ੍ਰਮਾਤਮਾ ਮੇਰ ਭਰੀ ਨਦਰ ਕਰ ਦਿੰਦਾ, ਉਹਦੀ ਨਦਰ ਤੋਂ ਬਗੈਰ ਸੇਵਾ ਵੀ ਨਹੀਂ ਕੀਤੀ ਜਾ ਸਕਦੀ। ਹੋਰ ਕੰਮ ਕਰਨ ਲੱਗਾ ਮਨੁੱਖ ਨਹੀਂ ਸੋਚਦਾ, ਸੇਵਾ ਕਰਨ ਲੱਗਿਆ ਬੜਾ ਸੋਚਦਾ ਹੈ। ਕਿਤੇ ਵੀ ਤੁਸੀਂ ਵੇਖ ਲਿਓ ਤੇ ਫਿਰ ਸੋਚ ਨੂੰ ਮਨ ਨਹੀਂ ਕਰਦਾ ਮੈਂ ਕੁਝ ਕਰਾਂ। ਕਿਤੇ ਵੀ ਤੁਸੀਂ ਵੇਖੋ ਚੰਗੇ ਕਰਮ ਕਰਨ ਲੱਗਾ ਪੈਰ ਪਿੱਛੇ ਨੂੰ ਖਿੱਚੇਗਾ ਬੰਦਾ, ਬੁਰਾ ਕਰਮ ਕਰਨ ਮਾਰੇ ਨੂੰ ਲਿਖ ਕੇ ਦਿੱਤਾ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਮੇਲਾ ਪੈ ਪੈ ਸੋਇਆ। ਆਏ ਕਹਿੰਦੇ ਜੀ ਬੱਚੇ ਨੇ ਬਾਹਰ ਜਾਣਾ ਸੀ, ਭੈਣ ਜੀ ਦੇ ਨਾਲ ਬੱਚਾ ਵੀ ਕੱਲ੍ਹ ਹੀ ਆਏ, ਕਹਿੰਦੇ ਬਾਹਰ ਜਾਣਾ ਸੀ। ਤੇ ਅੱਜ ਜਦੋਂ ਆਪਾਂ ਕਥਾ ਦੀ ਸਮਾਪਤੀ ਕੀਤੀ ਉਦੋਂ ਹੀ ਖੜੇ ਆ ਭੁੱਲਰ ਸਾਹਿਬ ਨੂੰ ਪਤਾ ਤੇ ਖੜੇ, ਕਹਿੰਦੇ ਜੀ ਕਿਹਾ ਸੀ ਇਹਦੇ ਬਾਬਾ ਜੀ ਨੇ ਵੀ ਤੁਸੀਂ ਸੇਵਾ ਕਰਿਓ, ਦੱਸਦੇ ਨੇ ਇੱਥੇ ਆਣ ਕੇ ਤੇ ਵੀ ਬੱਚੇ ਦਾ ਬਾਹਰ ਦਾ ਕੰਮ ਬਣ ਜਾਏਗਾ। ਤੇ ਕਹਿੰਦੇ ਬਾਬਾ ਜੀ ਸੇਵਾ ਤੇ ਨਹੀਂ ਹੋਣੀ, ਹੋਰ ਦੱਸੋ। ਕਹਿੰਦੇ ਗੋਲ ਕਿਤੇ 1000 ਰੁਪਈਆ ਪਾ ਜੀਏ ਸੇਵਾ ਪ੍ਰਵਾਨ ਹੋ ਜਾਏਗੀ। ਵੀ 10 ਦਿਨ ਦੀ ਸੇਵਾ ਅਸੀਂ 1000 ਰੁਪਈਆ ਗੋਲ ਕਿਤੇ ਪਾ ਜੀਏ ਵੀ ਪ੍ਰਵਾਨ ਹੋ ਜਾਏਗੀ। ਮੈਂ ਕਿਹਾ ਤੁਸੀਂ ਵੇਖੋ ਪ੍ਰਵਾਨ ਹੋਏਗੀ ਕਿ ਹੁਣ ਮੈਂ ਕੀ ਕਹਾਂ ਵੀ 1000 ਰੁਪਈਏ ਨਾਲ ਤੁਹਾਡੀ 10 ਦਿਨ ਦੀ ਸੇਵਾ, ਮੈਂ 100 ਰੁਪਈਏ ਨਾਲ ਇੱਕ ਦਿਨ ਦੀ ਸੇਵਾ ਤੁਹਾਨੂੰ ਹੁਣ ਪੈਸੇ ਦੇ ਕੇ ਕੰਮ ਗੁਰੂ ਸਾਹਿਬ ਤੋਂ ਪੈਸੇ ਦੇ ਕੇ ਕਰਵਾਉਣਾ ਚਾਹੁੰਦੇ। ਸੇਵਾ ਕਰਨ ਲੱਗਿਆ ਬੰਦਾ ਕਈ ਵਾਰੀ ਸੋਚਦਾ, ਬੁਰੇ ਕੰਮ ਕਰਨ ਲੱਗਿਆ ਨਹੀਂ ਹੋਏਗਾ, ਭੱਜ ਕੇ ਸ਼ੇਰ ਵਰਗੀ ਦੀ ਤਾਕਤ ਆ ਜਾਂਦੀ। ਚੰਗਾ ਕਰਮ ਕਰਨ ਲੱਗਿਆ ਇਹਦੇ ਪੈਰ ਨਹੀਂ ਪੁੱਟਦਾ, ਪਿੱਛੇ ਨੂੰ ਖਿੱਚਿਆ ਜਾਂਦਾ, ਉਹ ਅੱਗੇ ਨੂੰ ਕਦਮ ਨਹੀਂ ਚੁੱਕਦਾ। ਚਲੋ ਮਹਾਰਾਜ ਕਿਰਪਾ ਕਰੇ ਤਾਂ ਕਿ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ, ਸੇਵਾ ਵੀ ਨਦਰ ਤੋਂ ਬਗੈਰ ਨਹੀਂ ਹੁੰਦੀ। ਤੁਧ ਬਾਜ ਪਿਆਰੇ ਕੇਵ ਰਹਾ, ਹੁਣ ਜਿਹੜਾ ਜੁੜ ਗਿਆ ਕਹਿੰਦੇ ਪਿਆਰੇ ਤੇਰੇ ਤੋਂ ਬਗੈਰ ਉੱਡ ਕੇ ਮੈਂ ਰਹਿ ਸਕਦਾ। ਇਹ ਜੁੜਨ ਤੋਂ ਬਾਅਦ ਦੀ ਗੱਲ ਹੈ। ਕਈ ਵਾਰੀ ਐਸਾ ਹੁੰਦਾ ਨਹੀਂ ਜੁੜੇ, ਕੋਈ ਪ੍ਰਵਾਹ ਨਹੀਂ, ਗੁਰਦੁਆਰੇ ਆਏ ਚਾਹੇ ਨਹੀਂ ਆਏ। ਹੁਣ ਆਪ ਜੀ ਰੋਜ਼ ਆਉਂਦੇ ਹੋ ਤੇ ਜੇ ਕਿਤੇ ਨਹੀਂ ਆਏ ਤਾਂ ਤੁਹਾਡੇ ਅੰਦਰੋਂ ਜ਼ਰੂਰ ਬੇਨਤੀ ਨਿਕਲੀ ਹੁਣ ਕਿਵੇਂ ਰਹੀਏ। ਹੁੰਦੇ ਜਾਪਨੀ ਸਾਹਿਬ ਅੱਜ ਤੇ ਹਾਜ਼ਰੀ ਨਹੀਂ ਭੱਜੀ ਗਈ, ਉਹ ਆਤਮਾ ਕਿਤੇ ਨਾ ਕਿਤੇ ਅੰਦਰੋਂ ਨਾ ਉਹ ਮਹਿਸੂਸ ਕਰਦੀ ਉਹ ਗੱਲ। ਹੁਣ ਮਹਾਰਾਜ ਕਿਵੇਂ ਰਵਾਂ ਬਾਜ ਪਿਆਰੇ ਕੇਰਾ ਸਾ ਵਡਿਆਈ ਦੇ, ਜਿਤ ਨਾਮ ਤੇਰੇ ਲਾਗਣਾ, ਇਹ ਵਡਿਆਈ ਮੈਨੂੰ ਬਖਸ਼ ਵੀ ਤੇਰੇ ਨਾਮ ਨਾਲ ਜੁੜਿਆ ਰਵਾਂ।
तेरे नाम नाल ये वडियाई मेरी झोली च पा। लोग कहण भी ये गुरु का सिख है, रब का भगत है। दूजा ना ही कोई जिस आगे प्यारे जाए कहाँ, कहते प्यारे दूजा कोई नहीं जिहदे अगे जाके मैं अपने दिल की गल करा जां अपनी विद्या जां जियो डरत है अपना कैसों किहदे अगे जाके रोवां कैसों करी पुकार। ये तो फिर वही पंक्तियां आ गईयां, तुद तुद बाज प्यारे गेम रहा सा वडियाई दे, जित नाम तेरे लाग रहा दूजा ना ही कोई जिस आगे प्यारे जाए कहाँ। दूसरा कोई नहीं है जिहड़ा मेरा दुख सुने, किहदे अगे जाके पुकार करा। रहाओ सेवी साहिब अपना अबर न जांचों कोई, अपने साहिब को सेवदा किसी दूसरे की जाचना नहीं कर। जाचना का मतलब मंगना, मैं किसी दूसरे तो नहीं कुछ मंगदा। नानक तां का दास है बिंद बिंद चुग झुगे, नानक उहदा दास है जिहदे तो खिन खिन कुर्बान जाता है। गुरु तो असीं कुर्बान जाते तो गुरु दे दास है। साहिब तेरे नाम विटों, हे साहिब जी तेरे नाम के उत्तों बिंद बिंद चुग झुग मैं खिन खिन वास्ते कुर्बान जाता। रहाओ ये चार रहाओ इस शब्द के अंदर आ गया जी। तो गुरु साहब ने बख्शिश की, बड़ा प्यारा शब्द है। जियो डरत है अपना कैसो करी पुकार। ते खीर ते आण के महाराज ने कहा साहिब तेरे नाम विटों बिंद बिंद चुग जो, तेरा नाम ही सुख देने वाला है। प्रभ का सिमरन सब ती ऊंचा, सिमरो सिमर सिमर सुख पावो, जे सुख को चाहे सदा शरण राम की ले। जिहड़ा तेरा नाम मैनू सारे सुख देंदा, दुख भंजन तेरा नाम जी, दुख भंजन तेरा नाम। आठ पहर आराधी है पूर्ण सतगुर ज्ञान, तेरे नाम को मैं कुर्बान करना है। खिल खिल मारने जाना है, बलिहारने जाना है। जो तेरी बख्शिश बरकती नाम नाल जुड़िया सानू सुख मिलते, इन्नियां को बेनतियां कुर्बान करनियां जी।